हाँ जी, ਆਪਾਂ ਪਾਲ ਵੰਸ਼ ਕੀਤਾ ਸੀ। ਅੱਜ ਆਪਾਂ ਗੁਰਜਰ ਪ੍ਰਤਿਹਾਰ ਵੰਸ਼ ਕਰਾਂਗੇ ਤੇ ਆਪਾਂ ਚੈਪਟਰ ਕਿਹੜਾ ਕਰ ਰਹੇ ਆ? ਦ ਕਿੰਗ ਐਂਡ ਕਿੰਗਡਮ 800 ਈਡੀ ਤੋਂ ਲੈ ਕੇ 1200 ਈਡੀ ਤੱਕ ਕਰ ਰਹੇ ਆ। ਮਾਸਟਰ ਕੈਡਰ ਦਾ ਚੈਪਟਰ ਹੈਗਾ ਜਿਹੜਾ, ਤੇ ਇਸ ਵਿੱਚ ਆਪਾਂ ਕਈ ਵੰਸ਼ ਕਰਾਂਗੇ। ਤੁਹਾਨੂੰ ਕੱਲ ਵੀ ਵੀਡੀਓ ਵਿੱਚ ਦੱਸਿਆ ਸੀ ਕਿ ਕਈ ਵੰਸ਼ ਹੈਗੇ ਆ, ਗੁਰਜਰ ਪ੍ਰਤਿਹਾਰ, ਰਾਸ਼ਟਰਕੂਟ, ਚੌਲ, ਪੱਲਵ, ਫਿਰ ਆਪਾਂ ਚੌਹਾਨ ਵੰਸ਼ ਵੀ ਕਰਾਂਗੇ। ਕਸ਼ਮੀਰ ਦੇ ਵੰਸ਼ ਹੈਗੇ ਆ, ਲਾਹੌਰ ਵੰਸ਼, ਕਰਕੋਟ ਵੰਸ਼ ਤੇ ਉਤਪਲ ਵੰਸ਼ ਤੇ ਸੈਨ ਵੰਸ਼ ਤੇ ਭਰਮਾਰ ਵੰਸ਼, ਇਹ ਸਾਰੇ ਵੰਸ਼ ਹੀ ਕਰਾਂਗੇ। ਅੱਜ ਆਪਾਂ ਕਰ ਰਹੇ ਹਾਂ ਗੁਰਜਰ ਪ੍ਰਤਿਹਾਰ ਵੰਸ਼। ਗੁਰਜਰ ਪ੍ਰਤਿਹਾਰ ਵੰਸ਼ ਸੀਗਾ, ਇਸ ਦਾ ਜਿਹੜਾ ਮਿਥ ਦੇ ਅਨੁਸਾਰ ਸਥਾਪਕ ਕਿਹੜਾ ਮੰਨਿਆ ਜਾਂਦਾ ਹੈਗਾ? ਹਰੀਚੰਦਰ ਨੂੰ ਮੰਨਿਆ ਜਾਂਦਾ ਹੈਗਾ। ਕਿਹਨੂੰ ਮੰਨਿਆ ਜਾਂਦਾ ਹੈਗਾ? ਹਰੀਚੰਦਰ ਨੂੰ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਸ ਦਾ ਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈਗਾ? ਹਰੀਚੰਦਰ ਨੂੰ ਮੰਨਿਆ ਜਾਂਦਾ ਹੈਗਾ। ਇਹ ਸੀ ਸੰਸਥਾਪਕ ਆਪਣਾ। ਇਸ ਤੋਂ ਇਲਾਵਾ ਇਸ ਦੇ 16 ਕਿੰਗ ਹੋਏ, 17 ਕਿੰਗ ਹੋਏ ਹੈਗੇ ਆ ਗੁਰਜਰ ਪ੍ਰਤਿਹਾਰ ਦੇ। ਆਪਾਂ ਕਰਮਵਾਰ ਲਿਖ ਲੈਣੇ ਹੈਗੇ ਆ। ਪਹਿਲਾ ਕਿੰਗ ਹੋਇਆ ਹੈਗਾ ਇਹਦਾ ਨਾਗਪਟ 1। ਅਸਲ ਵਿੱਚ ਵਾਸਤਵਿਕ ਸੰਸਥਾਪਕ, ਮੁੱਖ ਸੰਸਥਾਪਕ ਕਿਹਨੂੰ ਮੰਨਿਆ ਜਾਂਦਾ ਹੈਗਾ? ਨਾਗਪਟ 1 ਨੂੰ ਹੀ ਮੰਨਿਆ ਜਾਂਦਾ ਹੈਗਾ। ਪੇਪਰਾਂ ਵਿੱਚ ਜੇ ਤੁਹਾਨੂੰ ਆਪਸ਼ਨ ਹਰੀਚੰਦਰ ਦੀ ਆਉਂਦੀ ਹੈਗੀ ਤਾਂ ਤੁਸੀਂ ਹਰੀਚੰਦਰ ਤੇ ਟਿਕ ਕਰਨੀ ਹੈਗੀ ਆ, ਪਰੰਤੂ ਜੇ ਹਰੀਚੰਦਰ ਹੈ ਨਹੀਂ ਕਿਤੇ ਨਾਗਪਟ 1 ਲਿਖਿਆ ਹੈਗਾ ਤਾਂ ਉਹ ਵੀ ਕਰੈਕਟ ਹੋਵੇਗਾ। ਤਾਂ ਗੁਰਜਰ ਪ੍ਰਤਿਹਾਰ ਵੰਸ਼ ਦਾ ਜਿਹੜਾ ਮੁੱਖ ਸੰਸਥਾਪਕ ਕਿਹਨੂੰ ਮੰਨਿਆ ਜਾਂਦਾ ਹੈਗਾ? ਨਾਗਪਟ 1 ਨੂੰ ਮੰਨਿਆ ਜਾਂਦਾ ਹੈ। ਤੇ ਮਿਥ ਅਨੁਸਾਰ ਕਿਸ ਨੂੰ ਮੰਨਿਆ ਜਾਂਦਾ ਹੈ? ਹਰੀਚੰਦਰ ਨੂੰ ਮੰਨਿਆ ਜਾਂਦਾ। ਦੋਨਾਂ ਨੂੰ ਹੀ ਮੰਨਿਆ ਜਾਂਦਾ ਹੈਗਾ। ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈਗਾ। ਅਗਲਾ ਦੂਸਰਾ ਕਿੰਗ ਹੋਇਆ ਹੈਗਾ ਇਹਦਾ ਕਕੁਸਥਾ। ਇਸ ਨੂੰ ਕੀ ਕਹਿੰਦੇ ਸੀ? ਹੋਰ ਇਸ ਨੂੰ ਕੁਕਕ ਵੀ ਕਹਿੰਦੇ ਸੀਗੇ। ਇੱਕ ਸੀ ਇਹਦੇ ਨਾਲ ਦੇਵਰਾਜ। ਇਹਨਾਂ ਦੋਨਾਂ ਦਾ ਰਾਜ ਹੋਇਆ ਹੈਗਾ ਰਾਜਪਟ 1 ਤੋਂ ਬਾਅਦ। ਉਸ ਤੋਂ ਬਾਅਦ ਵਤਸਰਾਜ ਆਇਆ, ਜਿਸ ਨੂੰ ਵਾਸਤਵ ਸੰਸਥਾਪਕ ਮੰਨਿਆ ਜਾਂਦਾ ਹੈ। ਕਿਹਦਾ? ਗੁਰਜਰ ਪ੍ਰਤਿਹਾਰ ਵੰਸ਼ ਦਾ। ਉਸ ਤੋਂ ਬਾਅਦ ਵਤਸਰਾਜ ਤੋਂ ਬਾਅਦ ਆਇਆ ਹੈਗਾ ਨਾਗਪਟ 2। ਨਾਗਪਟ 2। ਫਿਰ ਉਸ ਤੋਂ ਬਾਅਦ ਆਇਆ ਰਾਮਭਦਰ। ਨਾਗਪਟ 2 ਦਾ ਹੀ ਪੁੱਤਰ ਸੀਗਾ ਰਾਮਭਦਰ। ਉਸ ਤੋਂ ਬਾਅਦ ਆਇਆ ਮੇਰਭੋਜ। ਮੇਰਭੋਜ ਨੂੰ ਤੁਸੀਂ ਜਾਣਦੇ ਹੋਗੇ, ਮਾਸਟਰ ਕੈਡਰ ਵਿੱਚ ਵੀ ਇੱਕ ਇਸ ਦਾ ਕੁਐਸਚਨ ਆਇਆ ਸੀ ਕਿ ਆਦਿ ਵਿਹਾਰ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਮੇਰਭੋਜ ਨੂੰ ਕਿਹਾ ਜਾਂਦਾ ਹੈਗਾ। ਇਸ ਨੂੰ ਮੇਰਭੋਜ ਵੀ ਕਹਿੰਦੇ ਆ, ਇਸ ਨੂੰ ਭੋਜ 1 ਵੀ ਕਹਿੰਦੇ ਸੀਗੇ। ਉਸ ਤੋਂ ਇਲਾਵਾ ਫਿਰ ਆਇਆ ਮਹਿੰਦਰਪਾਲ 1। ਫਿਰ ਆਇਆ ਭੋਜ 2। ਫਿਰ ਆਇਆ ਮਹਿਪਾਲ 1। ਇੱਕ ਤੁਹਾਨੂੰ ਦੱਸਾਂਗੇ ਕਿ ਕਈ ਕਿੰਗਾਂ ਦੇ ਨਾਲ ਜਿਹੜੇ ਨਾਂ ਹੈਗੇ ਆ ਉਹ ਪਾਲ ਵੰਸ਼ ਦੇ ਕਿੰਗਾਂ ਨਾਲ ਵੀ ਮੇਲ ਖਾਂਦੇ ਹੈਗੇ ਆ। ਉਹ ਵੀ ਤੁਹਾਨੂੰ ਦੱਸਾਂਗੇ ਕਿ ਉਹਨਾਂ ਦੇ ਵੀ ਨਾਂ ਇਹੀ ਸੀਗੇ ਤੇ ਇਹਨਾਂ ਦੇ ਵਿੱਚ ਵੀ ਉਹੀ ਨਾਮ ਹੈਗੇ ਆ। ਇਹ ਤੁਸੀਂ ਯਾਦ ਰੱਖਣਾ ਗਾ, ਭੁਲੇਖਾ ਨਹੀਂ ਖਾਣਾਗਾ। ਮਹਿਪਾਲ 1। ਉਸ ਤੋਂ ਬਾਅਦ ਆਇਆ ਮਹਿੰਦਰਪਾਲ। 10ਵੇਂ ਨੰਬਰ ਤੇ ਆਇਆ ਮਹਿੰਦਰਪਾਲ 2। ਫਿਰ ਮਹਿੰਦਰਪਾਲ ਤੋਂ ਬਾਅਦ ਆਇਆ ਮਹਿੰਦਰਪਾਲ ਤੋਂ ਬਾਅਦ ਵਿੱਚ ਆਇਆ ਦੇਵਪਾਲ। ਦੇਵਪਾਲ ਪਾਲ ਵੰਸ਼ ਦਾ ਵੀ ਸੀਗਾ ਇੱਕ। ਫਿਰ ਉਸ ਤੋਂ ਬਾਅਦ ਆਇਆ ਦੇਵਪਾਲ ਤੋਂ ਬਾਅਦ ਆਇਆ ਮਹਿੰਦਰਪਾਲ 2 ਆ ਗਿਆ, ਦੇਵਪਾਲ ਆ ਗਿਆ। ਫਿਰ ਆ ਗਿਆ ਵਿਨੇਪਾਲ। ਫਿਰ ਆ ਗਿਆ ਮਹੀਪਾਲ 2। ਪਹਿਲਾ ਆਇਆ ਸੀ, ਹੁਣ 2 ਆ ਗਿਆ। ਉਸ ਤੋਂ ਬਾਅਦ ਆ ਗਿਆ ਵਿਜੇਪਾਲ। ਵਿਜੇਪਾਲ ਤੋਂ ਬਾਅਦ ਆਇਆ ਆਪਣਾ 17 ਕਿੰਗ ਹੋਏ ਹੈਗੇ ਆ ਗੁਰਜਰ ਪ੍ਰਤਿਹਾਰ ਦੇ। ਇਹ ਕਰਮਵਾਰ ਤੁਸੀਂ ਯਾਦ ਰੱਖਣੇ ਹੈਗੇ ਆ, ਯਾਦ ਕਰ ਲੈਣੇ ਹੈਗੇ। ਇੱਕ ਦੂਜੇ ਦੇ ਪੁੱਤਰ ਹੀ ਸੀਗੇ ਕਈ ਤਾਂ ਕਿੰਗ। ਮਹੀਪਾਲ 2, ਵਿਜੇਪਾਲ। ਫਿਰ ਆਇਆ ਆਪਣੇ ਕੋਲੇ ਰਾਜਪਾਲ। ਰਾਜਪਾਲ ਤੋਂ ਬਾਅਦ ਆਪਣੇ ਕੋਲੇ ਮਹੀਪਾਲ 2 ਵੀ ਹੋ ਗਿਆ, ਵਿਜੇਪਾਲ ਵੀ ਹੋ ਗਿਆ, ਰਾਜਪਾਲ ਵੀ ਹੋ ਗਿਆ। ਫਿਰ ਆਇਆ ਤਰਲੋਚਨ।
ਤੇ ਉਸ ਤੋਂ ਬਾਅਦ ਅਖੀਰ ਵਿੱਚ ਆਖਰੀ ਸ਼ਾਸਕ ਕਿਹੜਾ ਸੀ ਇਹਦਾ? ਯਸ਼ਪਾਲ ਸੀਗਾ। ਇਹ ਯਾਦ ਰੱਖਣਾ ਹੈਗਾ ਤੁਸੀਂ, ਯਸ਼ਪਾਲ ਸੀਗਾ। ਤਾਂ ਇਹ ਕਿੰਗ ਹੋਏ ਸੀਗੇ ਆਪਣੇ, ਸਾਰੇ 17 ਕਿੰਗ ਹੈਗੇ ਆ, ਕਿਹੜੇ ਵੰਸ਼ ਦੇ ਹੋਏ ਸੀਗੇ? ਥੱਲੇ ਤੋਂ ਲੈ ਕੇ ਵੇਖ ਲਓ ਉੱਪਰ ਤੱਕ, ਕਿਹੜੇ ਵੰਸ਼ ਦੇ ਹੋਏ ਆ ਇਹ? ਗੁਰਜਰ ਪ੍ਰਤੀਹਾਰ ਵੰਸ਼ ਦੇ ਹੋਏ ਆ। ਇੱਕ ਤੁਹਾਨੂੰ ਦੱਸਿਆ ਸੀ ਕਿ ਪਾਲ ਵੰਸ਼ ਜਦੋਂ ਆਪਾਂ ਪੜ੍ਹਿਆ ਸੀ ਉਹਦੇ ਵਿੱਚ ਵੀ ਕਿੰਗਾਂ ਦੇ ਨਾਂ, ਗੁਰਜਰ ਪ੍ਰਤੀਹਾਰ ਕਿੰਗਾਂ ਦੇ ਨਾਮਾਂ ਨਾਲ ਮੇਲ ਖਾਂਦੇ ਆ। ਜਿਵੇਂ ਉਧਰ ਮਹਿੰਦਰਪਾਲ ਵੀ ਸੀਗਾ, ਇੱਧਰ ਵੀ ਮਹਿੰਦਰਪਾਲ ਹੈਗਾ, ਇੱਕ ਮਹਿੰਦਰਪਾਲ, ਇੱਕ ਮਾਹੀਪਾਲ ਵੀ ਸੀ ਉਧਰ, ਤੇ ਇੱਧਰ ਵੀ ਹੈਗਾ ਮਾਹੀਪਾਲ। ਇੱਕ ਤੀਜੇ ਨੰਬਰ ਤੇ ਦੇਵਪਾਲ ਵੀ ਸੀ ਉਧਰ, ਤੇ ਇੱਧਰ ਵੀ ਹੈਗਾ ਦੇਵਪਾਲ। ਇਹ ਤੁਸੀਂ ਯਾਦ ਰੱਖਣਾ ਹੈਗਾ, ਮੈਚਿੰਗ ਖਾਂਦੇ ਹੈਗੇ ਕਈ ਨਾਮ ਪਾਲ ਵੰਸ਼ ਦੇ ਸ਼ਾਸਕਾਂ ਨਾਲ। ਠੀਕ ਆ, ਤਾਂ ਇਹ ਆਪਾਂ ਸਾਰੇ ਕਰਮਵਾਰ ਕਰਾਂਗੇ ਰਾਜੇ ਜਿਨ੍ਹਾਂ ਦੇ ਰਾਜ ਵਿੱਚ ਕੁਝ ਵਿਸ਼ੇਸ਼ਤਾਵਾਂ, ਕੁਝ ਘਟਨਾਵਾਂ ਹੋਈਆਂ ਹੈਗੀਆਂ, ਉਹ ਆਪਾਂ ਕਰ ਰਹੇ ਹਾਂ। ਤਾਂ ਆਪਾਂ ਪਹਿਲਾਂ ਇੰਟਰੋਡਕਸ਼ਨ ਦੇ ਲਈਏ ਗੁਰਜਰ ਪ੍ਰਤੀਹਾਰ ਵੰਸ਼ ਦੀ। ਤਾਂ ਇੰਟਰੋਡਕਸ਼ਨ, ਜਾਣ ਪਛਾਣ ਕਰਵਾ ਲਈਏ ਵੀ ਗੁਰਜਰ ਪ੍ਰਤੀਹਾਰ ਵੰਸ਼ ਸੀ ਕੌਣ। ਤਾਂ ਇੰਟਰੋਡਕਸ਼ਨ ਵਿੱਚ ਰਾਜਸਥਾਨ ਵਿੱਚ ਇੱਕ ਅਭਿਲੇਖ ਮਿਲਿਆ ਹੈਗਾ, ਰਾਜਸਥਾਨ ਦਾ ਅਭਿਲੇਖ ਹੈਗਾ ਅਲਵਰ ਅਭਿਲੇਖ ਹੈਗਾ। ਤੇ ਇਸ ਵਿੱਚ ਅਭਿਲੇਖ ਦੇ ਅਨੁਸਾਰ ਕੀ ਕਿਹਾ ਗਿਆ ਹੈਗਾ? ਜਿਹੜੇ ਕਹਿੰਦੇ ਪ੍ਰਤੀਹਾਰ ਸੀਗੇ ਉਹ ਗੁਰਜਰਾਂ ਦੀ ਇੱਕ ਸ਼ਾਖਾ ਸੀਗੀ, ਇਸ ਲਈ ਕਈ ਇਤਿਹਾਸਕਾਰਾਂ ਨੇ ਇਸ ਨੂੰ ਗੁਰਜਰ ਪ੍ਰਤੀਹਾਰ ਵੰਸ਼ ਦਾ ਨਾਮ ਦਿੱਤਾ ਹੈਗਾ। ਇਹ ਕਿਹਦੇ ਵਿੱਚ ਕਿਹਾ ਗਿਆ ਹੈਗਾ? ਰਾਜਸਥਾਨ ਦੇ ਅਲਵਰ ਅਭਿਲੇਖ ਵਿੱਚ ਕਿਹਾ ਗਿਆ ਹੈਗਾ। ਇਸ ਤੋਂ ਇਲਾਵਾ ਜਿਹੜੇ ਪ੍ਰਤੀਹਾਰ ਰਾਜੇ ਸੀਗੇ ਉਹਨਾਂ ਦੇ ਅਭਿਲੇਖਾਂ ਵਿੱਚ ਗੁਰਜਰ ਪ੍ਰਤੀਹਾਰਾਂ ਨੂੰ ਕੀ ਕਿਹਾ ਗਿਆ ਹੈਗਾ? ਇਹਨਾਂ ਨੂੰ ਕਿਹਾ ਗਿਆ ਹੈਗਾ ਸੂਰਜਵੰਸ਼ੀ ਕਸ਼ਤਰੀਆ ਇਹ ਕਿਹਾ ਗਿਆ ਹੈਗਾ, ਇਹ ਯਾਦ ਰੱਖਣਾ ਹੈਗਾ। ਤੇ ਇਹਨਾਂ ਦਾ ਮੂਲ ਸਥਾਨ ਕਿੱਥੇ ਸੀ ਗੁਰਜਰ ਪ੍ਰਤੀਹਾਰਾਂ ਦਾ? ਇਹਨਾਂ ਦਾ ਮੂਲ ਸਥਾਨ ਸੀਗਾ ਰਾਜਸਥਾਨ ਦਾ ਤੁਸੀਂ ਜਾਣਦੇ ਹੈਗੇ, ਆਪਣੇ ਗਵਾਂਢੀ ਹੈਗੇ ਆ ਰਾਜਸਥਾਨ ਤੇ ਗੁਜਰਾਤ, ਜਿੱਥੋਂ ਦਾ ਨਰਿੰਦਰ ਮੋਦੀ ਹੈਗਾ, ਗੁਜਰਾਤ ਤੋਂ ਜਿੱਤਦਾ ਰਿਹਾ ਸੀ। ਰਾਜਸਥਾਨ ਤੇ ਗੁਜਰਾਤ ਦੇ ਮੱਧ ਵਿੱਚ ਪਾਇਆ ਗਿਆ ਸੀ, ਮੱਧ ਭਾਗ ਵਿੱਚ ਸੀਗਾ ਕੀ ਗੁਰਜਰ ਪ੍ਰਤੀਹਾਰਾਂ ਦਾ ਭਾਗ। ਤੇ ਇਹਨਾਂ ਦੀ ਸਥਾਪਨਾ ਕਿਸ ਨੇ ਕੀਤੀ ਸੀ? ਇਸ ਗੁਰਜਰ ਪ੍ਰਤੀਹਾਰ ਦੀ ਸਥਾਪਨਾ ਤੁਹਾਨੂੰ ਦੱਸਿਆ ਸੀ ਮਿਥ ਦੇ ਅਨੁਸਾਰ ਕਿਸ ਨੇ ਕੀਤੀ ਹੈ? ਹਰੀਚੰਦਰ ਨੇ ਕੀਤੀ ਸੀਗੀ। ਕਿੰਨਵੇਂ ਸਤੰਭ ਦੇ ਵਿੱਚ ਕੀਤੀ? 6ਵੇਂ ਸਤੰਭ ਦੇ ਵਿੱਚ ਕੀਤੀ ਸੀਗੀ। ਇਹ ਤੁਸੀਂ ਯਾਦ ਰੱਖਣਾ ਹੈਗਾ। ਤੇ ਆਰੰਭਕ ਰਾਜਧਾਨੀ ਇਹਨਾਂ ਦੀ ਕਿਹੜੀ ਸੀ? ਆਰੰਭਕ ਰਾਜਧਾਨੀ ਇਹਨਾਂ ਦੀ ਉਜੈਨ ਸੀਗੀ, ਉਜੈਨ ਜਾਂ ਅਵਨੀ, ਇਹ ਇਹਨਾਂ ਦੀ ਕੀ ਸੀ? ਆਰੰਭਕ ਰਾਜਧਾਨੀ ਸੀਗੀ। ਤੇ ਹੁਣ ਆਪਾਂ ਕਰਦੇ ਹੈਗੇ ਇਹਨਾਂ ਦੇ ਸ਼ਾਸਕਾਂ ਬਾਰੇ ਕੁਝ ਗੱਲ। ਪਹਿਲਾ ਸ਼ਾਸਕ ਕਿਹੜਾ ਸੀ? ਨਾਗਪਟ ਸੀ, ਤੁਹਾਨੂੰ ਦੱਸਿਆ ਸੀ ਨਾਗਪਟ 1 ਪਹਿਲਾ ਸ਼ਾਸਕ ਸੀਗਾ। ਤੇ ਇਸ ਦਾ ਪੀਰੀਅਡ ਕਦੋਂ ਤੱਕ ਸੀਗਾ? ਇਸ ਦਾ ਪੀਰੀਅਡ 730 ਏਡੀ ਤੋਂ ਲੈ ਕੇ ਸੰਭਾਵਨਾ ਕੀਤੀ ਜਾਂਦੀ ਹੈ ਬਈ ਇਸ ਦਾ ਕਾਲ ਪੱਕਾ ਨਹੀਂ ਕਹਿ ਸਕਦੇ, ਕਿਉਂਕਿ ਅੱਡੋ ਅੱਡ ਇਤਿਹਾਸਕਾਰਾਂ ਦੇ ਅੱਡੋ ਅੱਡ ਕਾਲ ਦਿੱਤੇ ਹੋਏ ਆ ਇਹਨਾਂ ਦੇ। 730 ਏਡੀ ਤੋਂ ਲੈ ਕੇ 756 ਏਡੀ ਤੱਕ ਸੀਗਾ, ਇਹ ਤੁਸੀਂ ਯਾਦ ਰੱਖਣਾ ਹੈਗਾ। ਤੇ ਇਸ ਦੀ ਵਿਸ਼ੇਸ਼ਤਾ ਕੀ ਸੀ? ਇਸ ਨੂੰ ਮੁੱਖ ਸੰਸਥਾਪਕ ਮੰਨਿਆ ਜਾਂਦਾ ਹੈਗਾ। ਇੱਕ ਤਾਂ ਇਸ ਨੂੰ ਮੁੱਖ ਸੰਸਥਾਪਕ ਤੇ ਇੱਕ ਇਸ ਨੂੰ ਮੰਨਿਆ ਜਾਂਦਾ ਹੈਗਾ ਮੁਕਤ ਮਾਲਵਾ ਪ੍ਰਤੀਹਾਰ ਸ਼ਾਸਕ ਵੀ ਮੰਨਿਆ ਜਾਂਦਾ ਹੈਗਾ। ਤੇ ਇਸ ਦੇ ਕਾਲ ਵਿੱਚ ਕੀ ਹੋਇਆ ਸੀ? ਇਸ ਦਾ ਇੱਕ ਅਭਿਲੇਖ ਮਿਲਦਾ ਹੈਗਾ ਗਵਾਲੀਅਰ ਲੇਖ ਵਿੱਚ ਕੀ ਕਿਹਾ ਗਿਆ ਹੈਗਾ? ਗਵਾਲੀਅਰ ਲੇਖ ਵਿੱਚ ਇਸ ਨੂੰ ਕੀ ਕਿਹਾ ਗਿਆ ਹੈਗਾ? ਇਸ ਨੂੰ ਕਿਹਾ ਗਿਆ ਹੈਗਾ ਮਲੇਸ਼ਾਂ ਦਾ ਵਿਨਾਸ਼ਕ। ਇਹ ਯਾਦ ਰੱਖਣਾ ਹੈ, ਪੇਪਰਾਂ ਐਗਜ਼ਾਮ ਵਿੱਚ ਕਈ ਪੁੱਛਿਆ ਗਿਆ ਸੀਗਾ। ਮਲੇਸ਼ੋਂ ਦਾ ਵਿਨਾਸ਼ ਕਿਹਾ ਗਿਆ ਹੈਗਾ, ਮਲੇਸ਼ ਮੰਮਾ ਲੱਲੇ ਨੂੰ ਲਾਵਾਂ, ਮਲੇਸ਼ੋਂ ਦਾ ਵਿਨਾਸ਼ ਕਿਹਾ ਗਿਆ ਹੈਗਾ। ਕਿਹਨੂੰ? ਨਾਗਪਟ 1 ਨੂੰ। ਫਿਰ ਇਸ ਦੇ ਸ਼ਾਸਨ ਕਾਲ ਵਿੱਚ ਇੱਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਰਾਸ਼ਟਰਕੂਟ ਦੰਤੀ ਦੁਰਗ ਨੇ ਇਸ ਨੂੰ ਹਰਾਇਆ ਸੀ। ਅਸਲ ਵਿੱਚ ਜਿੰਨੇ ਵੀ ਗੁਰਜਰ ਪ੍ਰਤੀਹਾਰ ਦੇ ਸ਼ਾਸਕ ਹੋਏ ਆ ਉਹਨਾਂ ਦਾ ਪੰਗਾ ਕਿਹਦੇ ਨਾਲ ਰਿਹਾ ਹੈਗਾ? ਇਹਨਾਂ ਦਾ ਪੰਗਾ ਰਿਹਾ ਜਾਂ ਤਾਂ ਪਾਲ ਵੰਸ਼ ਨਾਲ ਤੇ ਜਾਂ ਰਿਹਾ ਹੈਗਾ ਰਾਸ਼ਟਰਕੂਟ ਵੰਸ਼ ਨਾਲ। ਇਹਨਾਂ ਨਾਲ ਹੀ ਲੜਾਈਆਂ ਕਰਦੇ ਰਹੇ
ਪ੍ਰਤੀਹਾਰ, ਗੁਰਜਰ ਪ੍ਰਤੀਹਾਰ ਸ਼ਾਸਕ। ਠੀਕ ਹੈ, ਇਹ ਯਾਦ ਰੱਖਣਾ ਹੈਗਾ। ਤੇ ਰਾਸ਼ਟਰਕੂਟ ਸ਼ਾਸਕ ਸੀਗਾ ਜਿਹੜਾ ਦੰਤੀ ਦੁਰਗ, ਇਹਦਾ ਸੰਸਥਾਪਕ ਸੀਗਾ, ਤੁਹਾਨੂੰ ਪਤਾ ਹੀ ਹੈ। ਰਾਸ਼ਟਰਕੂਟ ਵੰਸ਼ ਦਾ ਸਥਾਪਕ ਕੌਣ ਸੀ? ਦੰਤੀ ਦੁਰਗ ਸੀਗਾ। ਤੇ ਇਸ ਨੇ ਦੰਤੀ ਦੁਰਗ ਨੇ ਕਿਸ ਨੂੰ ਹਰਾਇਆ ਸੀ? ਨਾਗਪਟ ਵਨ ਨੂੰ ਹਰਾਤਾ ਸੀਗਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਇੱਕ ਇਸ ਦੇ ਸਾਮਰਾਜ ਦੀ ਹੋਰ ਵਿਸ਼ੇਸ਼ਤਾ ਕੀ ਹੈਗੀ ਨਾਗਪਟ ਵਨ ਦੇ? ਇੱਕ ਇਸ ਦੇ ਸਾਮਰਾਜ ਦੀ ਵਿਸ਼ੇਸ਼ਤਾ ਇਹ ਸੀ ਕਿ 725 ਈਸਵੀ ਵਿੱਚ ਸੋਮਨਾਥ ਦੇ ਮੰਦਿਰ ਨੂੰ ਤੋੜਨ ਵਾਲਾ ਇੱਕ ਅਰਬ ਸੈਨਾਪਤੀ ਸੀਗਾ ਜੁਨੈਦ। ਉਸ ਨੂੰ ਰਾਜਸਥਾਨ ਦੇ ਯੁੱਧ ਵਿੱਚ ਨਾਗਪਟ ਵਨ ਨੇ ਹਰਾਇਆ ਸੀ। ਦੁਬਾਰਾ ਫੇਰ ਸੁਣ ਲਓ, 725 ਈਸਵੀ ਵਿੱਚ ਸੋਮਨਾਥ ਦੇ ਮੰਦਿਰ ਨੂੰ ਤੋੜਨ ਵਾਲੇ ਅਰਬ ਸੈਨਾਪਤੀ ਜੁਨੈਦ ਨੂੰ ਕਿਸ ਨੇ ਹਰਾਇਆ ਸੀ? ਰਾਜਸਥਾਨ ਦੇ ਯੁੱਧ ਵਿੱਚ ਨਾਗਪਟ ਵਨ ਨੇ ਹਰਾਇਆ ਸੀ। ਤੇ ਸੋਮਨਾਥ ਮੰਦਿਰ ਆ ਜਿਹੜਾ, ਉਸ ਨੂੰ ਕਈ ਵਾਰੀ ਲੁੱਟਿਆ ਗਿਆ ਹੈਗਾ, ਇਹ ਤੁਹਾਨੂੰ ਪਤਾ ਹੀ ਹੈ। ਮਹਿਮੂਦ ਗਜਨਬੀ ਨੇ ਵੀ ਲੁੱਟਿਆ ਸੀ। ਕਦੋਂ ਲੁੱਟਿਆ ਸੀ ਉਹਨੂੰ? 1025 ਏਡੀ ਵਿੱਚ ਲੁੱਟਿਆ ਸੀ। ਇਹ ਕਿਹੜਾ ਮੰਦਿਰ ਹੈਗਾ? ਇਹ ਸ਼ਿਵ ਦਾ ਮੰਦਿਰ ਹੈਗਾ, ਇਹ ਯਾਦ ਰੱਖਣਾ ਹੈਗਾ। ਤੇ ਜਦੋਂ ਮਹਿਮੂਦ ਗਜਨਬੀ ਨੇ ਇਸ ਨੂੰ ਲੁੱਟਿਆ ਸੀ, ਉਦੋਂ ਇੱਥੇ ਚਲੂਕਾ ਵੰਸ਼, ਗੁਜਰਾਤ ਦੀ ਚਲੂਕਾ ਵੰਸ਼ ਦਾ ਸ਼ਾਸਕ ਸੀਗਾ, ਜਿਸ ਨੂੰ ਸਲੰਕੀ ਵੰਸ਼ ਵੀ ਕਿਹਾ ਜਾਂਦਾ ਹੈਗਾ, ਸਲੰਕੀ ਵੰਸ਼ ਵੀ ਕਿਹਾ ਜਾਂਦਾ ਹੈ। ਕਿਹੜਾ ਸੀਗਾ? ਭੀਮ ਵਨ ਸ਼ਾਸਕ ਸੀਗਾ, ਇਹ ਯਾਦ ਰੱਖਣਾ ਹੈਗਾ ਤੁਸੀਂ। ਜਦੋਂ ਮਹਿਮੂਦ ਗਜਨਬੀ ਨੇ ਇਸ ਨੂੰ ਲੁੱਟਿਆ ਸੀ, ਉਦੋਂ ਉੱਥੇ ਕਿਸ ਦਾ ਰਾਜ ਸੀ? ਗੁਜਰਾਤ ਦੀ ਚਲੂਕਾ ਵੰਸ਼ ਦੇ ਭੀਮ ਵਨ ਦਾ ਸ਼ਾਸਨ ਸੀਗਾ। ਤਾਂ ਅੱਗੇ ਆਪਾਂ ਕਰ ਰਹੇ ਹਾਂ ਦੂਸਰਾ ਸੰਸਥਾਪਕ ਆਪਣਾ ਨਾਗਪਟ ਵਨ ਬਾਰੇ ਆਪਾਂ ਗੱਲ ਕਰ ਲਈ ਹੈਗੀ ਆ। ਹੁਣ ਅਰਦੇ ਹੈਗੇ ਆ ਜਿਹੜੇ ਆ ਸ਼ਾਸਕ ਸੀ ਕਕੁਸਥਾ, ਜਾਂ ਇਹਨੂੰ ਕੀ ਕਿਹਾ ਜਾਂਦਾ ਸੀ? ਕੁੱਕਕ ਵੀ ਕਿਹਾ ਜਾਂਦਾ ਸੀ। ਇਹਨਾਂ ਦੋਨਾਂ ਦਾ ਸ਼ਾਸਨ ਕਾਲ ਕਦੋਂ ਤੱਕ ਸੀਗਾ? 756 ਏਡੀ ਤੋਂ ਲੈ ਕੇ 770 ਏਡੀ ਤੱਕ ਸੀਗਾ, ਇਹ ਯਾਦ ਰੱਖਣਾ ਹੈਗਾ। ਇਹਨਾਂ ਦੇ ਸ਼ਾਸਨ ਕਾਲ ਵਿੱਚ ਕੋਈ ਵੀ ਵਿਸ਼ੇਸ਼ ਘਟਨਾ ਨਹੀਂ ਹੋਈ ਹੈਗੀ ਆ, ਇਹ ਯਾਦ ਰੱਖਣਾ ਹੈਗਾ ਤੁਸੀਂ। ਇਹਨਾਂ ਦੇ ਸ਼ਾਸਨ ਕਾਲ ਵਿੱਚ ਕੋਈ ਵੀ ਵਿਸ਼ੇਸ਼ ਘਟਨਾ ਨਹੀਂ ਹੋਈ ਹੈ। ਤੇ ਉਸ ਤੋਂ ਬਾਅਦ ਇਸ ਲਈ ਇਹ ਦੋਵੇਂ ਵੀ ਸ਼ਾਸਕ ਇੰਪੋਰਟੈਂਟ ਨਹੀਂ ਰੱਖਦੇ ਆਪਣੇ ਲਈ, ਕਿਉਂਕਿ ਇਹਨਾਂ ਦੇ ਸ਼ਾਸਨ ਵਿੱਚ ਕੋਈ ਵੀ ਵਿਸ਼ੇਸ਼ ਘਟਨਾ ਨਹੀਂ ਹੋਈ ਹੈਗੀ ਆ। ਅੱਗੇ ਆਪਾਂ ਕਰ ਰਹੇ ਹਾਂ ਤੀਸਰੇ ਸ਼ਾਸਕ ਬਾਰੇ। ਤੀਸਰਾ ਸ਼ਾਸਕ ਕਿਹੜਾ ਸੀ ਆਪਣਾ? ਤੀਸਰਾ ਸ਼ਾਸਕ ਸੀ ਵਤਸਰਾਜ। ਇਹ ਮਸ਼ਹੂਰ ਸੀਗਾ ਵਤਸਰਾਜ, ਤੀਸਰਾ ਸ਼ਾਸਕ ਹੈ ਜਿਹੜਾ ਆਪਣਾ। ਇਸ ਦਾ ਸ਼ਾਸਨ ਕਾਲ ਕਦੋਂ ਸੀਗਾ? ਵਤਸਰਾਜ ਦਾ ਸ਼ਾਸਨ ਕਾਲ ਸੀਗਾ ਆਪਣਾ, ਉਹਨਾਂ ਦਾ ਸੀ 770 ਤੱਕ, ਦੋਨਾਂ ਜਣਿਆਂ ਦਾ, ਦੇਵਰਾਜ ਦਾ ਤੇ ਉਹਦਾ। ਇਹਦਾ ਸੀ 770 ਤੋਂ ਲੈ ਕੇ 805 ਏਡੀ ਤੱਕ। ਠੀਕ ਆ। ਇਹ ਕੌਣ ਸੀਗਾ? ਇਹ ਜਿਹੜਾ ਦੇਵਰਾਜ ਸੀਗਾ ਉਸ ਦਾ ਕੀ ਸੀਗਾ? ਪੁੱਤਰ ਸੀਗਾ। ਦੇਵਰਾਜ ਦਾ ਪੁੱਤਰ, ਤੇ ਨਾਲ ਹੀ ਉਸ ਦਾ ਕੀ ਸੀਗਾ? ਉੱਤਰ ਅਧਿਕਾਰੀ ਸੀਗਾ। ਕੌਣ? ਵਤਸਰਾਜ। ਤੇ ਵਤਸਰਾਜ ਦੇ ਸਾਮਰਾਜ ਵਿੱਚ ਵੀ ਕਈ ਘਟਨਾਵਾਂ ਹੋਈਆਂ ਹੈਗੀਆਂ, ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਪਹਿਲੀ ਘਟਨਾ ਇਹ ਸੀ ਕਿ ਗਵਾਲੀਅਰ ਲੇਖ, ਇਸ ਦੇ ਸ਼ਾਸਨ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈਗੀ ਆ, ਉਹ ਦੋ ਲੇਖਾਂ ਤੋਂ ਮਿਲਦੀ ਹੈਗੀ। ਇੱਕ ਗਵਾਲੀਅਰ ਲੇਖ ਹੈਗਾ ਤੇ ਇੱਕ ਹੈਗਾ ਗਵਾਲੀਅਰ ਲੇਖ, ਤੇ ਦੂਸਰਾ ਹੈਗਾ ਜੈਨ ਗ੍ਰੰਥ ਹੈਗਾ ਕੁਵਲਿਆਮਾਲਾ। ਇਹਨਾਂ ਦੋਨਾਂ ਤੋਂ ਕੀ ਮਿਲਦੀ ਹੈਗੀ ਆ? ਵਤਸਰਾਜ ਬਾਰੇ ਆਪਾਂ ਨੂੰ ਕੀ ਮਿਲਦੀ ਹੈਗੀ ਆ? ਜਾਣਕਾਰੀ ਮਿਲਦੀ ਹੈਗੀ ਆ। ਤੇ ਵਤਸਰਾਜ ਨੂੰ ਕੁਝ ਇਤਿਹਾਸਕਾਰਾਂ ਨੇ ਪ੍ਰਤੀਹਾਰ ਵੰਸ਼ ਦਾ ਵਾਸਤਵ ਸੰਸਥਾਪਕ ਮੰਨਿਆ ਹੈ। ਇਹ ਵੀ ਤੁਸੀਂ ਯਾਦ ਰੱਖੋ ਕਿ ਜੇ ਪੇਪਰਾਂ 'ਚ ਪੁੱਛ ਲੈਣ ਕਿ ਗੁਰਜਰ ਪ੍ਰਤੀਹਾਰ ਵੰਸ਼ ਦਾ ਵਾਸਤਵ ਸੰਸਥਾਪਕ ਕੌਣ ਸੀ, ਤੇ ਆਪਸ਼ਨਾਂ 'ਚ ਕਿਤੇ ਇਹ ਵੀ ਬੈਠਾ ਹੋਵੇ ਸ਼ਾਸਕ ਆਪਣਾ, ਹਨਾ, ਵਤਸਰਾਜ ਦਾ ਤੁਸੀਂ ਕੀ ਕਹਿਣਾ ਹੈਗਾ? ਵਤਸਰਾਜ ਸੀਗਾ। ਤੇ ਵਤਸਰਾਜ ਨੂੰ ਵੀ ਕਿਹਨੇ ਹਰਾਇਆ ਸੀ? ਰਾਸ਼ਟਰਕੂਟ ਸ਼ਾਸਕ ਧਰੁਵ ਨੇ ਹਰਾਇਆ ਸੀ, ਜਿਸ ਨੂੰ ਧਾਰਾਵਰਸ਼ ਵੀ ਕਹਿੰਦੇ ਸੀਗੇ। ਕਿਹਨੇ ਹਰਾਇਆ ਸੀ ਇਹਨੂੰ? ਇਹਨਾਂ ਦਾ ਪੰਗਾ ਕਿਹਨਾਂ ਨਾਲ ਪਿਆ ਰਹਿੰਦਾ ਸੀ? ਜਾਂ ਤਾਂ ਰਾਸ਼ਟਰਕੂਟਾਂ ਨਾਲ ਪਿਆ ਰਹਿੰਦਾ ਸੀ, ਜਾਂ ਪਾਲ ਵੰਸ਼ ਦੇ ਸ਼ਾਸਕਾਂ ਨਾਲ ਪਿਆ ਰਹਿੰਦਾ ਸੀ। ਇਸ ਨੂੰ ਵੀ ਹਰਾਤਾ ਸੀ। ਪਹਿਲੇ ਸ਼ਾਸਕ ਨੂੰ, ਨਾਗਪਟ ਵਨ ਨੂੰ ਕਿਹਨੇ ਹਰਾਇਆ ਸੀ? ਉਹਨੂੰ ਰਾਸ਼ਟਰਕੂਟ ਵੰਸ਼ ਦੇ ਸੰਸਥਾਪਕ ਦੰਤੀ ਦੁਰਗ ਨੇ ਹਰਾਇਆ ਸੀ। ਇਹਨੂੰ ਕਿਹਨੇ ਹਰਾਇਆ ਸੀ? ਰਾਸ਼ਟਰਕੂਟ ਸ਼ਾਸਕ ਧਰੁਵ
ਨੇ ਹਰਾਇਆ ਸੀ। ਠੀਕ ਆ, ਇਹ ਸੀ ਇਸ ਵੰਸ਼ ਤੇ ਸਥਾਪਕ ਬਾਰੇ ਕੁਝ ਗੱਲਾਂ। ਤਾਂ ਅਗਲੀ ਐਪੀਸੋਡ ਵਿੱਚ ਆਪਾਂ ਅਗਲੇ ਵੰਸ਼ ਦੇ ਜਿਹੜੇ ਸ਼ਾਸਕ ਰਹਿ ਗਏ ਆਪਣੇ ਵਤਸਰਾਜ ਤੋਂ ਬਾਅਦ ਨਾਗਪਟੂ ਰਹਿ ਗਿਆ ਆਪਣਾ, ਹੋਰ ਵੀ ਕਈ ਸ਼ਾਸਕ ਹੈਗੇ ਆ, 17 ਤਾਈਂ ਸ਼ਾਸਕ ਹੈਗੇ ਆਪਣੇ ਕੋਲੇ, ਉਹਨਾਂ ਬਾਰੇ ਗੱਲ ਕਰਾਂਗੇ। ਤਾਂ ਆਪਾਂ ਇਸ ਦੇ ਬਾਰੇ ਕੁਝ MCQ ਕਰ ਰਹੇ ਨੇ ਆ। ਵੀਡੀਓ ਲੰਮੀ ਹੋ ਜਾਂਦੀ ਹੈ, ਫਿਰ ਤੁਸੀਂ ਦੇਖਣੀ ਨਹੀਂ ਗੀ ਬਾਅਦ ਵਿੱਚ ਲੰਮੀ ਵੀਡੀਓ, ਨਹੀਂ ਤਾਂ ਮੈਂ ਅੱਜ ਹੀ ਕਰਵਾ ਦਿੰਦਾ ਇਹਨੂੰ। ਤਾਂ ਆਪਾਂ MCQ ਕਰ ਰਹੇ ਹਾਂ ਗੁਰਜਰ ਪ੍ਰਤਿਹਾਰ ਵੰਸ਼ ਦੇ ਕੁਝ ਜੋ ਪ੍ਰੀਵੀਅਸ ਈਅਰ ਪੇਪਰਾਂ ਵਿੱਚ ਆਏ ਹੋਏ ਹੈਗੇ ਕਿਸੇ ਨਾ ਕਿਸੇ ਐਗਜ਼ਾਮ ਵਿੱਚ। ਤਾਂ ਪਹਿਲਾ MCQ ਹੈਗਾ ਆਪਣਾ, ਪ੍ਰਤਿਹਾਰ ਗੁਰਜਰਾਂ ਦੀ ਇੱਕ ਸ਼ਾਖਾ ਸੀ। ਇਹ ਰਾਜਸਥਾਨ ਦੇ ਕਿਸ ਅਭਿਲੇਖ ਤੋਂ ਪਤਾ ਲੱਗਦਾ ਹੈ? ਸ਼ੁਰੂ ਵਿੱਚ ਤੁਹਾਨੂੰ ਇੰਟਰੋਡਕਸ਼ਨ ਵਿੱਚ ਦੱਸਿਆ ਸੀ ਕਿਹਦੀ ਸੀ ਇਹ ਅਲਵਰ ਅਭਿਲੇਖ ਮਿਲਿਆ ਹੈਗਾ ਰਾਜਸਥਾਨ ਦਾ, ਉਸ ਤੋਂ ਪਤਾ ਲੱਗਦਾ ਹੈਗਾ। ਅਗਲਾ MCQ ਹੈਗਾ, ਪ੍ਰਤਿਹਾਰ ਰਾਜਾ ਨੂੰ ਉਹਨਾਂ ਦੇ ਅਭਿਲੇਖਾਂ ਵਿੱਚ ਕਿਹੜੇ ਵੰਸ਼ੀ ਬਤਾਇਆ ਗਿਆ ਹੈਗਾ? ਤਾਂ ਉਹਨਾਂ ਨੂੰ ਕੀ ਕਿਹਾ ਗਿਆ ਹੈਗਾ? ਸੂਰਜਵੰਸ਼ੀ ਕਸ਼ਤਰੀਆ ਕਿਹਾ ਗਿਆ ਹੈਗਾ, ਇਹ ਯਾਦ ਰੱਖਣਾ ਹੈਗਾ। ਅਗਲਾ MCQ ਹੈਗਾ, ਗੁਰਜਰ ਪ੍ਰਤਿਹਾਰਾਂ ਮੂਲ ਨਿਵਾਸ ਕਿਸ ਦੇ ਮੱਧ ਭਾਗ ਵਿੱਚ ਸੀ? ਹਰਿਆਣਾ ਤੇ ਪੰਜਾਬ। ਇਹਨਾਂ ਦਾ ਕੀ ਸੀਗਾ? ਰਾਜਸਥਾਨ ਤੇ ਗੁਜਰਾਤ ਦੇ ਮੱਧ ਭਾਗ ਵਿੱਚ ਸੀ। ਇਸ ਨੂੰ ਮੈਂ ਦੱਸਿਆ ਹੋਇਆ ਹੈਗਾ ਪਹਿਲਾਂ, ਥਿਊਰੀ ਕਰਵਾਈ ਹੈ ਹੁਣ ਜਦੋਂ। ਗੁਰਜਰ ਪ੍ਰਤਿਹਾਰ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਇਹ ਸਥਾਪਨਾ ਕੀਤੀ ਕਿਹਨੇ ਸੀ? ਹਰੀਚੰਦਰ ਨੇ ਕੀਤੀ ਸੀ। ਤੇ ਕਦੋਂ ਹੋਈ ਸੀ? ਇਹ 6ਵੀਂ ਸ਼ਤਾਬਦੀ ਵਿੱਚ ਹੋਈ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ। ਅਗਲਾ MCQ ਹੈ, ਗੁਰਜਰ ਪ੍ਰਤਿਹਾਰ ਵੰਸ਼ ਦਾ ਸਥਾਪਕ ਸੀ, ਇਸ ਦਾ ਫਾਊਂਡਰ ਕੌਣ ਸੀਗਾ? ਹਰੀਚੰਦਰ। ਇਹ ਤੁਹਾਨੂੰ ਦੱਸਿਆ ਹੈਗਾ, ਹਰੀਚੰਦਰ ਵੀ ਸੀ। ਜੇ ਪੁੱਛ ਲੈਣ ਨਾਗਪਟ 1 ਵੀ ਲਿਖਿਆ ਹੋਵੇ ਉਹ ਵੀ ਸੀਗਾ। ਠੀਕ ਆ, ਤਾਂ ਅਗਲਾ MCQ ਹੈਗਾ ਆਪਣਾ, ਨਾਗਪਟ 1 ਨੂੰ ਕਿਸ ਰਾਸ਼ਟਰਕੂਟ ਸ਼ਾਸਕ ਨੇ ਹਰਾਇਆ ਸੀ? ਤੁਹਾਨੂੰ ਦੱਸਿਆ ਸੀ ਪਹਿਲਾ ਸ਼ਾਸਕ ਸੀਗਾ ਜਿਹੜਾ ਨਾਗਪਟ 1, ਉਸ ਨੂੰ ਕਿਸ ਨੇ ਹਰਾਇਆ ਸੀਗਾ? ਉਸ ਨੂੰ ਹਰਾਇਆ ਸੀ ਆਪਣੇ ਦੰਤੀ ਦੁਰਗ ਰਾਸ਼ਟਰਕੂਟ, ਜਿਹੜਾ ਸੰਸਥਾਪਕ ਸੀਗਾ ਰਾਸ਼ਟਰਕੂਟ ਵੰਸ਼ ਦਾ, ਉਸ ਨੇ ਹਰਾਇਆ ਸੀ। ਇਹ ਯਾਦ ਰੱਖਣਾ ਹੈਗਾ ਤੁਸੀਂ, ਦੰਤੀ ਦੁਰਗ ਨੇ। ਕਿਸ ਪ੍ਰਤਿਹਾਰ ਸ਼ਾਸਕ ਨੂੰ ਮਲੇਸ਼ੋਂ ਦਾ ਵਿਨਾਸ਼ ਕਿਹਾ ਗਿਆ ਹੈਗਾ? ਇਸ ਨੂੰ ਦੱਸਿਆ ਸੀ ਕਿਸ ਨੂੰ ਕਿਹਾ ਗਿਆ ਹੈਗਾ? ਨਾਗਪਟ 2 ਨੂੰ ਕਿਹਾ ਗਿਆ ਹੈਗਾ। ਕਿਹੜੇ ਅਭਿਲੇਖ ਵਿੱਚ? ਗਵਾਲੀਅਰ ਲੇਖ ਵਿੱਚ ਕਿਹਾ ਗਿਆ ਹੈਗਾ। ਅਗਲਾ MCQ ਹੈਗਾ, 725 ਈਸਵੀ ਸੋਮਨਾਥ ਮੰਦਿਰ ਨੂੰ ਤੋੜਨ ਵਾਲੇ ਅਰਬ ਸੈਨਾਪਤੀ ਜਨੇਦ ਨੂੰ ਕਿਸ ਪ੍ਰਤਿਹਾਰ ਰਾਜੇ ਨੇ ਹਰਾਇਆ ਸੀ? ਤਾਂ ਤੁਹਾਨੂੰ ਦੱਸਿਆ ਸੀ ਕਿਹੜੇ ਕਿਹੜੇ ਪ੍ਰਤਿਹਾਰ ਰਾਜੇ ਹੈਗੇ ਆ, ਕਿਹਨੇ ਹਰਾਇਆ ਸੀ ਇਹਨੂੰ? ਇਹਨੂੰ ਹਰਾਇਆ ਸੀ ਨਾਗਪਟ 2 ਨੇ ਹਰਾਇਆ ਸੀਗਾ 725 ਈਡੀ ਵਿੱਚ। ਇਹ 1 ਨੇ ਹਰਾਇਆ ਸੀ, ਵੇਖ ਲਓ ਕਿਹਨੇ ਹਰਾਇਆ ਸੀਗਾ? 1 ਨੇ ਹਰਾਇਆ ਸੀ, ਸੌਰੀ। ਨਾਗਪਟ 2 ਤਾਂ ਹਜੇ ਆਪਾਂ ਕੀਤਾ ਹੀ ਨਹੀਂ, ਵਤਸਰਾਜ ਤੇ ਫਿਰਦੇ ਆ। ਤਾਂ ਨਾਗਪਟ 1 ਨੇ ਹਰਾਇਆ ਸੀ ਕਿਹਨੂੰ? ਅਰਬ ਸੈਨਾਪਤੀ ਜਨੇਦ ਨੂੰ। ਸੋਮਨਾਥ ਮੰਦਿਰ ਨੂੰ ਤਾਂ ਲੁੱਟਦੇ ਹੀ ਰਹੇ ਹੈਗੇ ਆ ਸਾਰੇ, ਕੋਈ ਆ ਜਾਂਦਾ ਸਾਰੇ ਲੁੱਟ ਕੇ ਲੈ ਜਾਂਦੇ। ਸ਼ਿਵ ਮੰਦਿਰ ਹੈਗਾ ਇਹ। ਅਗਲਾ MCQ ਹੈ, ਗੁਰਜਰ ਪ੍ਰਤਿਹਾਰ ਰਾਜਾ ਵਤਸਰਾਜ ਦਾ ਸ਼ਾਸਨ ਕਾਲ ਕੀ ਸੀ? ਤਾਂ ਹੁਣ ਤੁਹਾਨੂੰ ਦੱਸਿਆ ਸੀ ਕਿੱਥੋਂ ਤੱਕ ਸੀਗਾ, 770 ਤੋਂ ਲੈ ਕੇ 805 ਏਡੀ ਤੱਕ ਸੀਗਾ। ਵਤਸਰਾਜ ਨੂੰ ਕਿਸ ਰਾਸ਼ਟਰਕੂਟ ਸ਼ਾਸਕ ਨੇ ਹਰਾਇਆ ਸੀ? ਤਾਂ ਵਤਸਰਾਜ ਨੂੰ ਕਿਹਨੂੰ ਹਰਾਇਆ ਸੀ? ਕਿਹਨੇ ਹਰਾਇਆ ਸੀ? ਧਰੁਵ ਨੇ ਹਰਾਇਆ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ। ਤਾਂ ਇਹ ਅੱਜ ਦੀ ਵੀਡੀਓ ਸੀ। ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਤੇ ਨਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ, ਤੇ ਬੈਲ ਆਈਕਨ ਦਾ ਬਟਨ ਵੀ ਦੱਬ ਦਿਆ ਕਰੋ ਤਾਂ ਜੋ ਮੇਰੇ ਵੀਡੀਓਸ ਨੂੰ ਪ੍ਰਾਪਤ ਹੋ ਸਕੇ। ਤਾਂ ਇੱਕ MCQ ਰਹਿ ਹੀ ਗਿਆ ਆਪਣਾ, ਟੇਢੇ ਲੋਟ ਲਿਖਿਆ ਸੀ ਮੈਂ। ਤਾਂ ਆਪਣਾ ਅਗਲਾ MCQ ਹੈਗਾ, ਨਾਗਪਟ 2 ਨੂੰ ਬੁੰਦੇਲਖੰਡ ਦੇ ਯੁੱਧ ਵਿੱਚ ਕਿਸ ਰਾਸ਼ਟਰਕੂਟ ਸ਼ਾਸਕ ਨੇ ਬੁਰੀ ਤਰ੍ਹਾਂ ਹਰਾਇਆ ਸੀ? ਨਾਗਪਟ 2 ਨੂੰ। ਇਹ ਕੀਤਾ ਨਹੀਂ ਗਾ ਆਪਾਂ ਹਜੇ ਤੱਕ, ਹਾਂ, ਤਾਂ ਤੁਹਾਨੂੰ ਪਤਾ ਨਹੀਂ ਹੋਣਾ ਹਜੇ ਤਾਈਂ ਤਾਂ। ਪਰ ਕਿਹਨੇ ਹਰਾਇਆ ਸੀ? ਰਾਸ਼ਟਰਕੂਟ ਸ਼ਾਸਕ ਗੋਬਿੰਦ ਤੀਜੇ ਨੇ ਹਰਾਇਆ ਸੀ। ਕੱਲ ਨੂੰ ਤੁਹਾਨੂੰ ਦੱਸਾਂਗੇ ਕਿ ਨਾਗਪਟ 2 ਨੂੰ ਵੀ ਹਰਾਇਆ ਸੀ ਰਾਸ਼ਟਰਕੂਟ ਸ਼ਾਸਕ ਗੋਬਿੰਦ ਤੀਜੇ ਨੇ। ਗੋਬਿੰਦ ਤੀਜੇ ਦਾ ਬੱਚਾ ਕੌਣ ਸੀਗਾ? ਬੇਟਾ ਸੀਗਾ ਅਮੋਘ ਵਰਸ਼। ਇਹ ਮਾਸਟਰ ਕੈਡਰ 'ਚ ਪੁੱਛਿਆ ਗਿਆ ਸੀ ਪਿਛਲੀ ਵਾਰੀ। ਗੋਬਿੰਦ ਤੀਜੇ ਦਾ ਉੱਤਰਾਧਿਕਾਰੀ ਕੌਣ ਸੀ? ਅਮੋਘ ਵਰਸ਼ ਸੀਗਾ। ਤਾਂ ਇਹ ਸੀ ਅੱਜ ਦੀ MCQ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਥੈਂਕਸ ਫॉर ਵਾਚਿੰਗ ਵੀਡੀਓ।